पाकिस्तान के हैड ग्रंथी ਸਾਹਿਬਾਨ ने ਜਿਹੜੇ ਨਨਕਾਣਾ ਸਾਹਿਬ ਦਾ ਉਹਨਾਂ ਦੀ ਬੇਟੀ ਦਾ ਇਹਦੇ ਵਿੱਚ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਅਹਿਮ ਭੂਮਿਕਾ ਰਹੀ ਹੈ। हाई कोर्ट ने खिलाफ ऑर्डर दे दिता और उन्होंने 12 अगस्त में ही बेटी जी थी उन्होंने हवाले कर दी जिन्होंने अगवा किया जिन्होंने उसका धर्म बदलिया और उसका निकाह किया। 16 अगस्त को जो पता लग गया कि ऑलरेडी बेटी दे चुके हैं ਹੁਣ ਉਹਨਾਂ ਨੇ ਉੱਥੋਂ ਦੀ ਸਰਕਾਰ ਨੂੰ ਲਿਖ ਕੇ ਕਿਹਾ ਕਿ ਸਾਨੂੰ ਪਾਸਪੋਰਟ ਦਿਓ, ਅਸੀਂ ਮੁਲਕ ਛੱਡਣਾ ਹੈ, ਅਸੀਂ ਇਸ ਮੁਲਕ 'ਚ ਨਹੀਂ ਰਹਿ ਸਕਦੇ। ਹੁਣ ਮਸਲਾ ਜਿਹੜਾ ਬੇਟੀ ਦਾ ਮਸਲਾ ਉਹ ਤੇ ਕੋਰਟ ਕਚਹਿਰੀਆਂ ਦੇ ਅੰਦਰ ਉਹਨਾਂ ਦੀ ਸਰਕਾਰ ਹੀ ਕਰ ਸਕਦੀ ਅਸੀਂ ਤੇ ਇੱਥੇ ਬਹਿ ਕੇ ਰੌਲਾ ਹੀ ਪਾ ਸਕਦੇ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਦਾ ਪਰਿਵਾਰ ਪਾਕਿਸਤਾਨ ਛੱਡ ਸਕਦਾ ਹੈ, ਜਿਸ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੀ ਗਈ ਹੈ। ਸਿਰਸਾ ਨੇ ਦੱਸਿਆ ਕਿ ਹੈਡ ਗ੍ਰੰਥੀ ਦੀ ਧੀ ਜਗਜੀਤ ਕੌਰ ਨੂੰ ਜਬਰੀ ਅਗਵਾ ਕਰਕੇ ਇਸਲਾਮ ਧਾਰਨ ਕਰਵਾ ਕੇ ਜਬਰੀ ਉਸ ਦਾ ਨਿਕਾਹ ਕਰ ਦਿੱਤਾ ਗਿਆ। ਪਾਕਿਸਤਾਨ ਦੇ ਪੰਜਾਬ ਦੇ ਗਵਰਨਰ ਦੇ ਭਰੋਸੇ ਦੇ ਬਾਵਜੂਦ ਵੀ ਉੱਥੇ ਦੀ ਅਦਾਲਤ ਨੇ ਲੜਕੀ ਨੂੰ ਪਰਿਵਾਰ ਨਾਲ ਭੇਜਣ ਦੀ ਥਾਂ ਅਗਵਾਕਾਰ ਨਾਲ ਤੋੜ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਪਰਿਵਾਰ ਹੁਣ ਬਹੁਤ ਜ਼ਿਆਦਾ ਦੁਖੀ ਹੈ। ਇਸ ਮਾਮਲੇ ਬਾਰੇ ਮਨਜਿੰਦਰ ਸਿੰਘ ਸਿਰਸਾ ਦਾ ਕੀ ਕਹਿਣਾ ਹੈ, ਤੁਸੀਂ ਵੀ ਸੁਣੋ। ਸਿਰਸਾ ਜੀ, ਜਿਹੜਾ ਇਹ ਜਗਜੀਤ ਕੌਰ ਦਾ ਮਾਮਲਾ ਜਿਹੜਾ ਚੱਲ ਰਿਹਾ ਪਾਕਿਸਤਾਨ ਦੇ ਹੈਡ ਗ੍ਰੰਥੀ ਸਾਹਿਬਾਨ ਨੇ ਜਿਹੜੇ ਨਨਕਾਣਾ ਸਾਹਿਬ ਦਾ ਉਹਨਾਂ ਦੀ ਬੇਟੀ ਦਾ ਇਹਦੇ ਵਿੱਚ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਅਹਿਮ ਭੂਮਿਕਾ ਰਹੀ ਹੈ ਤੇ ਹੁਣ ਕੀ ਸਿਚੁਏਸ਼ਨ ਹੈ ਜੀ ਸਾਰੇ ਮਾਮਲੇ ਦੀ? देखो साडे ते इत्थे असी ते लड़ाई जिहड़ी सीगी वो मीडिया ते और पब्लिक च लड़ सकते सी, क्योंकि दूजा सरकार उत्थों दी साडा ते उस मुल्क दे अंदर कोई साडी ते गल हो नहीं सकती उत्थे। लेकिन आखिरकार जगजीत कौर दी जिहड़ी केस सीगा उहदे अंदर ते हाई कोर्ट ने खिलाफ ऑर्डर दे दिता और उन्होंने 12 अगस्त नूं ही बेटी जिहड़ी सी उन्हां नूं हवाले कर दित्ती जिन्हां ने अगवा कीता सी, जिन्हां ने उसदा धर्म बदलिया सी और उसका निकाह किया सी। लेकिन वो माँ बाप को आश्वासन देंदे रहे कि असीं तुहानूं कुड़ी वापस लवा रहे हैं 16 अगस्त तक। 16 अगस्त को जो पता लग गया कि ऑलरेडी बेटी दे चुके हैं, हुण उन्होंने उत्थों दी सरकार नूं लिख के कहा कि सानूं पासपोर्ट दिओ, असीं मुल्क छड्डना है, असीं इस मुल्क 'च नहीं रह सकते। तो असीं तुहानूं ये आश्वासन दिता कि जेकर सरकार उन्होंने पासपोर्ट इशू करे, वो हिंदुस्तान 'च आउणा चाहुंदे ने, असीं उन्होंने इत्थे संभालांगे। ਹੁਣ ਮਸਲਾ ਜਿਹੜਾ ਬੇਟੀ ਦਾ ਮਸਲਾ ਉਹ ਤੇ ਕੋਰਟ ਕਚਹਿਰੀਆਂ ਦੇ ਅੰਦਰ ਉਹਨਾਂ ਦੀ ਸਰਕਾਰ ਹੀ ਕਰ ਸਕਦੀ ਅਸੀਂ ਤੇ ਇੱਥੇ ਬਹਿ ਕੇ ਰੌਲਾ ਹੀ ਪਾ ਸਕਦੇ। ਜੀ ਜੀ, ਸਰਕਾਰ ਨਾਲ ਜਾਂ ਪਾਕਿਸਤਾਨ ਹਾਈ ਕਮਿਸ਼ਨ ਨਾਲ ਜਿਹੜਾ ਹੈ ਕੁਝ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਦੀ ਸਰਕਾਰ ਨਾਲ ਗੱਲਬਾਤ ਕਰਨ ਦੀ ਜਗਜੀਤ ਕੌਰ ਦੇ ਮਸਲੇ ਤੇ? ਉੱਥੋਂ ਦੀ ਸਰਕਾਰ ਦੇ ਨਾਲ ਅਸੀਂ ਵੀ ਸਰਕਾਰ ਨੂੰ ਲਿਖਿਆ, ਉੱਥੋਂ ਦੇ ਸਾਡੇ ਕਾਂਗਰਸ ਦੇ MP ਨੇ ਇੱਕ ਅੰਮ੍ਰਿਤਸਰ ਤੋਂ ਉਹ ਜਿਹੜਾ ਉਹਨਾਂ ਨੇ ਵੀ ਲਿਖਿਆ, ਹਾਈ ਕਮਿਸ਼ਨ ਨਾਲ ਵੀ ਗੱਲ ਕੀਤੀ ਔਰ ਵਿਦੇਸ਼ ਮੰਤਰਾਲੇ ਨੇ ਵੀ ਇਸ ਇਸ਼ੂ ਨੂੰ ਬੜਾ 3 ਵਾਰ ਰੇਜ਼ ਕੀਤਾ ਉਹਨਾਂ ਦੇ ਕੋਲ, ਲੇਕਿਨ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਅਜੇ ਤੱਕ ਇਸ ਗੱਲ ਦਾ। ਹੁਣ ਜਿਸ ਤਰ੍ਹਾਂ ਹੈਡ ਗ੍ਰੰਥੀ ਸਾਹਿਬਾਨ ਨੇ ਨਨਕਾਣਾ ਸਾਹਿਬ ਦੇ ਉਹਨਾਂ ਨੇ ਵੀ ਮੰਗ ਕੀਤੀ ਕਿ ਉਹ ਜਿਹੜਾ ਬਾਕੀ ਪਰਿਵਾਰ ਸਾਰਾ ਜਿਹੜਾ ਉਹ ਭਾਰਤ ਆਉਣਾ ਚਾਹੁੰਦਾ, ਬੱਚੀ ਜ਼ਿੰਦਗੀ ਜਿਹੜੀ ਹੈ ਇੱਜ਼ਤ ਦੇ ਨਾਲ ਜਿਉਣਾ ਚਾਹੁੰਦਾ, ਉਹਨਾਂ ਦੇ ਵਾਸਤੇ ਕਿਸ ਤਰ੍ਹਾਂ ਦੀ ਭੂਮਿਕਾ ਜਿਹੜੀ ਹੈ ਤੁਸੀਂ ਨਿਭਾ ਰਹੇ? ਅਸੀਂ ਤੁਹਾਨੂੰ ਕਿਹਾ ਕਿ ਉਹਨਾਂ ਦੇ ਤੁਰੰਤ ਪਾਸਪੋਰਟ ਬਣਦੇ ਆ, ਅਸੀਂ ਉਹਨਾਂ ਨੂੰ ਇਮੀਡੀਏਟਲੀ ਇੰਡੀਆ ਦੇ ਵੀਜ਼ਾ ਲੈ ਕੇ ਦਿਆਂਗੇ ਔਰ ਇੰਡੀਆ 'ਚ ਆ ਕੇ ਉਹਨਾਂ ਨੂੰ ਨਾਗਰਿਕਤਾ ਮਿਲੇ ਔਰ ਇੰਡੀਆ ਦੇ ਅੰਦਰ ਉਹਨਾਂ ਦਾ ਕਾਰੋਬਾਰ ਰਹਿਣ ਦਾ ਇੰਤਜ਼ਾਮ ਸਾਰਾ ਕਰਾਇਆ ਜਾਵੇ। ਉਹ ਅਸੀਂ ਜ਼ਰੂਰ ਕਰਾਂਗੇ। ਦਿੱਲੀ ਦੇ ਔਰ ਦੁਨੀਆ ਭਰ ਦੇ ਸਿੱਖ ਇਸ ਗੱਲ ਦੀ ਚਿੰਤਾ ਕਰ ਰਹੇ ਨੇ ਕਿ ਜੋ ਘਟਨਾ ਘਟੀ ਆ ਉਹ ਸਾਡੇ ਸਾਰਿਆਂ ਵਾਸਤੇ ਬੜੀ ਦੁਖਦਾਈ ਆ ਔਰ ਇਹ ਤੇ ਜਿਹੜਾ ਅਗਰ ਇਸ ਤਰੀਕੇ ਨੂੰ ਨਹੀਂ ਰੋਕਿਆ ਗਿਆ ਤੇ ਆਉਣ ਵਾਲੇ ਸਮੇਂ ਅੰਦਰ ਬਹੁਤ ਭਿਆਨਕ ਰੂਪ ਲਊਗੀ। ਜਿਸ ਤਰ੍ਹਾਂ ਜੀ ਅਫਗਾਨਿਸਤਾਨ ਦੇ ਪਰਿਵਾਰਾਂ ਦੀ ਵੀ ਜੇਕਰ ਗੱਲ ਕੀਤੀ ਜਾਵੇ ਉਹਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੁਣ ਚੱਲ ਰਹੀ ਹੈ? ਪੂਰਨ ਤੌਰ ਤੇ ਜਿਹੜੇ ਪਰਿਵਾਰ ਹੁਣ ਉਹ ਆ ਚੁੱਕੇ ਨੇ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਔਰ ਉਹਨਾਂ ਜਦੋਂ ਹੁਣ ਇਹ ਭਾਰਤ ਆ ਹੀ ਚੁੱਕੇ ਨੇ ਤਾਂ ਉਹਨਾਂ ਦਾ ਜਿਹੜਾ ਉੱਥੇ ਦੀ ਜਾਇਦਾਦ ਵਗੈਰਾ ਜਿਹੜੀ ਬਚੀ ਹੈ ਜਾਂ ਕੋਈ ਰੁਜ਼ਗਾਰ ਸੀਗਾ ਹੁਣ ਭਾਰਤ ਦੇ ਵਿੱਚ ਕਿਸ ਤਰ੍ਹਾਂ ਇਹ ਜ਼ਿੰਦਗੀ ਬਤੀਤ ਕਰਨਗੇ, ਉਸ ਵਾਸਤੇ ਤੁਸੀਂ ਭਾਰਤ ਸਰਕਾਰ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਹੋ? ਦੇਖੋ, ਇਹਨਾਂ ਨੂੰ ਪਹਿਲਾਂ ਤੇ ਲੈ ਕੇ ਆਉਣਾ ਇੰਡੀਆ 'ਚ ਵੱਡਾ ਕੰਮ ਸੀ। 180 ਪਰਿਵਾਰਾਂ ਨੂੰ ਹੁਣ ਤੱਕ ਲੈ ਆਂਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ, ਜਿਸ ਦੇ ਅੰਦਰ ਅਮਰੀਕਾ ਦੇ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ। ਉਹਨਾਂ ਦੇ ਪਾਸਪੋਰਟ ਬਣਾਉਣ ਅੰਦਰ ਬੜੇ ਲੰਬੇ ਸਮੇਂ ਤੋਂ ਲੱਗੇ ਹੋਏ ਸੀ। ਸਰਦਾਰ ਪਰਮਜੀਤ ਸਿੰਘ ਬੇਦੀ ਨੇ ਉੱਥੇ ਸੇਠੀ ਸਾਹਿਬ ਨੇ, ਦਲਜੀਤ ਸਿੰਘ, ਵਿਕਰਮਜੀਤ ਸਿੰਘ ਸਾਨੀ ਸਾਹਿਬ ਨੇ ਕੋਈ ਤਕਰੀਬਨ ਹੁਣ ਤੱਕ 100 ਬੰਦਿਆਂ ਤੋਂ ਜ਼ਿਆਦੀਆਂ ਜਾਂ 160-70 ਬੰਦਿਆਂ ਤੋਂ ਜ਼ਿਆਦਾ ਟਿਕਟਾਂ ਉਹ ਦੇ ਚੁੱਕੇ ਨੇ ਔਰ ਇਹਨਾਂ ਨੂੰ ਇੱਥੇ ਲਿਆ ਕੇ ਅਸੀਂ ਆਪਣੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਸਰਾਵਾਂ ਅੰਦਰ ਸਭ ਨੂੰ ਸੰਭਾਲਿਆ ਹੈ
ਕੁਝ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਉਹ ਇਹਨਾਂ ਨੂੰ ਫਿਕਸ ਪੈਸਾ ਦੇ ਰਹੀਆਂ ਨੇ, ਇਹਨਾਂ ਨੂੰ ਕਿਰਾਇਆ, ਸਾਲ ਦਾ ਕਿਰਾਇਆ ਜਿਹੜਾ ਉੱਥੇ ਜਮ੍ਹਾਂ ਕਰਾ ਕੇ ਇਹਨਾਂ ਨੂੰ ਘਰ ਕਿਰਾਏ 'ਤੇ ਲੈ ਕੇ ਦੇ ਰਹੇ ਔਰ ਇਹਨਾਂ ਦੇ ਪੁੰਨ ਵਸਾਵੇ ਵਾਸਤੇ ਅਸੀਂ ਕੁਝ ਚਿੰਤਾ ਵੀ ਕਰ ਰਹੇ ਹਾਂ। ਔਰ ਸਰਕਾਰ ਨੇ ਸਾਨੂੰ ਵਿਸ਼ਵਾਸਨ ਦਿੱਤਾ ਸੀ ਜਦੋਂ ਅਸੀਂ ਲੈ ਕੇ ਆਉਣ ਦੀ ਵੀਜ਼ੇ ਦੀ ਗੱਲ ਕੀਤੀ ਸੀ ਕਿ ਤੁਸੀਂ ਲੈ ਕੇ ਆਓ, ਅਸੀਂ ਇਹਨਾਂ ਨੂੰ ਇਹਨਾਂ ਦੀ ਨਾਗਰਿਕਤਾ ਵੀ ਦਿਆਂਗੇ ਔਰ ਇਹਨਾਂ ਨੂੰ ਹਿੰਦੁਸਤਾਨ ਆਉਣ ਦੀ ਇਜਾਜ਼ਤ ਵੀ ਦਿਆਂਗੇ। ਔਰ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਕੋਵਿਡ ਤੋਂ ਬਾਅਦ, ਕੋਵਿਡ ਦਾ ਜਦੋਂ ਦਾ ਕੇਸ ਚੱਲ ਰਿਹਾ ਉਸ ਤੋਂ ਬਾਅਦ ਪਹਿਲਾ ਐਸੀ ਕੋਈ ਵੀਜ਼ਾ ਹੈ ਜਿਹੜਾ ਹਿੰਦੁਸਤਾਨ ਦੀ ਸਰਕਾਰ ਨੇ ਦਿੱਤਾ ਹੈ ਕਿਸੇ ਨੂੰ ਵੀ ਇਸ ਮੁਲਕ ਅੰਦਰ ਆਉਣ ਦਾ, ਉਹ ਸਾਡੇ ਇਹਨਾਂ ਪਰਿਵਾਰਾਂ ਨੂੰ ਦਿੱਤਾ ਹੈ। ਜਿਸ ਤਰ੍ਹਾਂ ਹੁਣ NRC ਦੀ ਗੱਲ ਹੋਈ ਸੀਗੀ, NACC ਦੀ ਗੱਲ ਹੋਈ ਸੀ, ਫਿਰ ਇਹਨਾਂ ਨੂੰ ਭਾਰਤ ਦੀ ਨਾਗਰਿਕਤਾ ਜਿਹੜੀ ਹੈ ਦਵਾਈ ਜਾਏਗੀ? ਬਿਲਕੁਲ, ਨਾਗਰਿਕਤਾ ਹੀ ਤੇ ਇਹਨਾਂ ਦਾ ਸਭ ਤੋਂ ਵੱਡਾ ਇਸ਼ੂ ਹੋਊਗਾ। ਔਰ ਜਿਹੜੇ ਪਹਿਲੇ ਵੀ ਸਾਡੇ ਅਫਗਾਨੀ ਸਾਰੇ ਪਰਿਵਾਰ ਨੇ ਉਹਨਾਂ ਸਭ ਨੂੰ ਨਾਗਰਿਕਤਾ ਭਾਵੇਂ 30 ਸਾਲ ਲੱਗ ਗਏ ਲੇਕਿਨ ਉਹਨਾਂ ਨੂੰ ਇਸ ਸਰਕਾਰ ਤੋਂ ਨਾਗਰਿਕਤਾ ਲੈ ਕੇ ਦਿੱਤੀ ਗਈ। ਹੁਣ ਉਹਨਾਂ ਨੂੰ ਉਹ ਸਭ ਨਾਗਰਿਕ ਬਣ ਰਹੇ ਨੇ ਔਰ ਇਸੇ ਤਰੀਕੇ ਇਹ ਵੀ ਆਏ ਨੇ, ਕੁਝ ਪਾਕਿਸਤਾਨ ਤੋਂ ਪਰਿਵਾਰ ਵੀ ਆਏ ਨੇ ਜਿਨ੍ਹਾਂ ਨੂੰ ਮੈਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਆ ਕੇ ਮਿਲਵਾਇਆ ਸੀ ਤੇ ਉਸ ਵੇਲੇ ਉਹਨਾਂ ਨੇ ਉਹਨਾਂ ਨੂੰ ਸਿੱਧਾ ਵੀ ਵਿਸ਼ਵਾਸ ਨਹੀਂ ਦਿੱਤਾ ਸੀ ਕਿ ਮੈਂ ਲੌਂਗ ਟਰਮ ਵੀਜ਼ਾ ਦੇ ਕੇ ਔਰ ਤੁਹਾਡੀ ਨਾਗਰਿਕਤਾ ਜਿਹੜੀ ਹੈ ਸਭ ਦੀ ਨਾਗਰਿਕਤਾ ਤੁਹਾਨੂੰ ਦਿੱਤੀ ਜਾਊਗੀ। ਜੀ, ਧੰਨਵਾਦ ਸਿਰਸਾ ਜੀ ਗੱਲਬਾਤ ਕਰਨ ਲਈ ਸਰ। ਮਨਜਿੰਦਰ ਸਿਰਸਾ ਮੁਤਾਬਕ ਹੈਡ ਗ੍ਰੰਥੀ ਦੇ ਪਰਿਵਾਰ ਦੇ 10 ਮੈਂਬਰਾਂ ਨੇ ਸਰਕਾਰ ਨੂੰ ਲਿਖਤੀ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਪਾਸਪੋਰਟ ਦਿੱਤੇ ਜਾਣ ਤਾਂ ਜੋ ਇਸ ਮੁਲਕ ਨੂੰ ਛੱਡ ਕੇ ਕਿਸੇ ਦੂਜੇ ਮੁਲਕ ਉਹ ਜਾ ਸਕਣ। ਸਿਰਸਾ ਨੇ ਕਿਹਾ ਕਿ ਇਹਨਾਂ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਭਾਰਤ ਸਰਕਾਰ ਇਹਨਾਂ ਨੂੰ ਵੀਜ਼ੇ ਵੀ ਜਾਰੀ ਕਰੇਗੀ। ਦਿੱਲੀ ਤੋਂ ਦਵਿੰਦਰ ਸਿੰਘ ਦੀ ਰਿਪੋਰਟ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।